ਨਿਡਰ ਸੋਚ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸੁਖਦੇਵ ਸਿੰਘ ਨਿੱਕੂਵਾਲ। ਪਿਆਰੇ ਦਰਸ਼ਕੋ, ਜਿਵੇਂ ਹਰ ਇੱਕ ਇਨਸਾਨ ਦੇ ਵਿੱਚ ਇੱਕ ਵੱਖਰੀ ਕਲਾ ਹੁੰਦੀ ਹੈ, ਅਜਿਹੇ ਇਨਸਾਨ ਦੇ ਨਾਲ ਤੁਹਾਨੂੰ ਅੱਜ ਰੂਬਰੂ ਕਰਾਂਗੇ ਜਿਨ੍ਹਾਂ ਦੀ ਇੱਕ ਵੱਖਰੀ ਕਲਾ ਆ ਤੇ ਵੱਖਰੇ ਸ਼ੌਂਕ ਰੱਖਦੇ ਨੇ। ਸਾਡੇ ਨਾਲ ਨੇ ਸੁਖਵੀਰ ਜੀ, ਇੱਕ ਜਿਹੜੇ ਸਕੈਚ ਆਰਟਿਸਟ ਨੇ ਤੇ ਨਾਲ ਹੀ ਉਹ ਕਈ ਪੇਂਟਿੰਗਸ ਜਿਹੜੀਆਂ ਨੇ ਬਣਾ ਚੁੱਕੇ ਨੇ। ਸਰ, ਸਭ ਤੋਂ ਪਹਿਲਾਂ ਤਾਂ ਸਵਾਗਤ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਸਰ ਆਪਣਾ ਕਲਾਕਾਰ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ, ਕਿਉਂਕਿ ਕਲਾਕਾਰ ਦੇ ਪਿਛੋਕੜ ਜਾਣਨਾ ਹਰ ਇੱਕ ਦਾ ਜਿਹੜਾ ਮਨ ਦਾ ਚਾਅ ਹੁੰਦਾ ਆ, ਕਿੱਥੋਂ ਤੁਹਾਡਾ ਪਿਛੋਕੜ ਹੈ, ਕਿੱਥੋਂ ਤੁਸੀਂ ਐਜੂਕੇਸ਼ਨ ਪ੍ਰਾਪਤ ਕੀਤੀ ਹੈ ਜੀ? ਸਰ ਬੇਸਿਕਲੀ ਮੈਂ ਰੋਪੜ ਸ਼ਹਿਰ ਤੋਂ ਬਿਲੋਂਗ ਕਰਦਾ ਵੈਸੇ, ਔਰ ਮੇਰਾ ਜਨਮ ਜਿਹੜਾ ਹੋਇਆ ਹੈ ਉਹ ਮੇਰੇ ਨਾਨਕੇ ਬੜੌਦੀ ਹੈ, ਮੁੱਲਾਪੁਰ ਕੁਰਾਲੀ ਦੇ ਨਜ਼ਦੀਕ। ਸੋ ਮੇਰੀ ਜਿਹੜੀ ਸਿੱਖਿਆ ਰਹੀ ਹੈ ਰੋਪੜ ਦੇ ਵਿੱਚ ਹੀ ਗਵਰਨਮੈਂਟ ਜਿਹੜਾ ਕਾਲਜ ਹੈਗਾ ਉੱਥੇ ਮੈਂ ਪੜ੍ਹਿਆ ਹੈਗਾ। ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਮੈਂ +2 ਕੀਤੀ ਹੈਗੀ ਆ। ਉਸ ਤੋਂ ਬਾਅਦ ਫਿਰ ਮੈਂ ਅਗਲੀ ਐਜੂਕੇਸ਼ਨ ਵਾਸਤੇ BFA ਬੈਚਲਰ ਆਫ ਫਾਈਨ ਆਰਟਸ ਦੀ ਡਿਗਰੀ ਵਾਸਤੇ APG ਕਾਲਜ ਆਫ ਜਲੰਧਰ ਮੈਂ ਉੱਥੇ ਪੜ੍ਹਿਆ ਹੈਗਾ। ਤਾਂ ਉੱਥੇ ਤੋਂ ਫਿਰ ਮੈਂ BFA ਕੀਤਾ। ਜੇ ਗੱਲ ਤੁਹਾਡੀ ਕਲਾ ਦੀ ਕੀਤੀ ਜਾਵੇ, ਕਿਵੇਂ ਤੁਹਾਡੇ ਦਿਮਾਗ 'ਚ ਜਿਵੇਂ ਕਿਵੇਂ ਮਨ 'ਚ ਆਇਆ ਕਿ ਵੀ ਹਾਂ ਵੀ ਮੈਨੂੰ ਫਾਈਨ ਆਰਟ ਦੀ ਸਾਈਡ ਜਾਣਾ ਚਾਹੀਦਾ ਆ, ਵੀ ਮੇਰਾ ਜਿਹੜਾ ਮੇਨ ਮਕਸਦ ਹੈ ਮੈਂ ਸਕੈਚ ਬਣਾਵਾਂ ਜਾਂ ਆਪਣਾ ਕਿਸੇ ਦੀ ਤਸਵੀਰ ਬਣਾਵਾਂ ਜੀ? ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਬਚਪਨ ਪਿੰਡ ਦੇ ਵਿੱਚ ਮੇਰੀ ਪਰਵਰਿਸ਼ ਹੋਈ ਹੈ। ਤਾਂ ਪਿੰਡਾਂ ਦੇ ਵਿੱਚ ਇੱਕ ਰਸਮ ਰਿਵਾਜ ਬਹੁਤ ਪਹਿਲਾਂ ਹੁੰਦੇ ਸੀ, ਅੱਜ ਬਹੁਤ ਘੱਟ ਗਏ ਆ। ਸਾਡੇ ਮੇਰੇ ਮਾਮੀਆਂ ਮਾਮੇ ਵਗੈਰਾ ਜਿਹੜੇ ਸੀਗੇ, ਵਿਆਹ ਸ਼ਾਦੀਆਂ ਕੋਈ ਵੀ ਫੈਸਟੀਵਲ ਹੁੰਦਾ ਹੈਗਾ ਛੋਟਾ ਵੱਡਾ, ਤਾਂ ਦੀਵਾਰਾਂ ਪਰ ਕੁਛ ਨਾ ਕੁਛ ਬਣਾਉਂਦੇ ਰਹਿੰਦੇ ਸੀਗੇ। ਤਾਂ ਉਹਨੂੰ ਦੇਖ ਕੇ ਮੇਰੇ ਮਨ 'ਚ ਵੀ ਖਿਆਲ ਹੁੰਦਾ ਸੀ ਕਿ ਮੈਂ ਵੀ ਕੁਛ ਪੇਂਟਿੰਗ ਕਰਾਂ ਜਾਂ ਰੰਗ ਭਰਾਂ। ਉੱਥੇ ਤੋਂ ਫਿਰ 4-5 ਸਾਲ ਦਾ ਸੀ, ਜਿਸ ਤਰ੍ਹਾਂ ਮੇਰੇ ਪੇਰੈਂਟਸ ਦੱਸਦੇ, ਉਦੋਂ ਤੋਂ ਮੈਨੂੰ ਸ਼ੌਂਕ ਪੈ ਗਿਆ ਫਿਰ ਇਹਨਾਂ ਚੀਜ਼ਾਂ ਦਾ। ਤਾਂ ਵੱਧਦਾ ਇਹ ਸ਼ੌਂਕ ਇੰਨਾ ਜ਼ਿਆਦਾ ਹੋ ਗਿਆ ਕਿ ਮੈਂ ਉਸ ਤੋਂ ਬਾਅਦ ਮੈਂ ਰਹਿ ਨਹੀਂ ਪਾਇਆ ਇਸ ਚੀਜ਼ ਤੋਂ ਬਿਨਾਂ। ਅਤੇ ਫਿਰ ਜਿਵੇਂ ਹੀ ਮੈਂ 12-13 ਸਾਲ ਦਾ ਹੋਇਆ ਤਾਂ ਫਿਰ ਸਰਦਾਰ ਸੋਭਾ ਸਿੰਘ ਆਰਟਿਸਟ, ਉਹਨਾਂ ਦਾ ਨਾਮ ਪੰਜਾਬ ਦੇ ਵਿੱਚ ਬਹੁਤ ਸੁਣਨ ਨੂੰ ਮਿਲਦਾ ਸੀ 19ਵੀਂ ਸ਼ਤਾਬਦੀ ਦੇ ਵਿੱਚ। ਤਾਂ ਉਹਨਾਂ ਦੀ ਪੇਂਟਿੰਗਸ ਤੋਂ ਮੈਂ ਬਹੁਤ ਇੰਸਪਾਇਰ ਰਿਹਾ ਸਰ। ਉਹਨਾਂ ਦੀ ਪੇਂਟਿੰਗ ਤੋਂ ਮੈਂ ਬਹੁਤ ਕੁਝ ਸਿੱਖਣ ਨੂੰ ਮੈਨੂੰ ਮਿਲਿਆ। ਮੇਰੀ ਤਮੰਨਾ ਸੀ ਕਿ ਮੈਂ ਉਹਨਾਂ ਕੋਲ ਸਿੱਖਾਂ, ਪਰ ਉਹਨਾਂ ਦੀ ਡੈਥ ਹੋ ਚੁੱਕੀ ਸੀ ਬਹੁਤ ਸਾਲ ਪਹਿਲੇ। ਤਾਂ ਉਹਨਾਂ ਦੀ ਪੇਂਟਿੰਗਸ ਨੂੰ ਦੇਖ ਕੇ ਫਿਰ ਮੈਂ ਕਾਪੀ ਕਰਕੇ ਪੇਂਟਿੰਗਸ ਨੂੰ ਕਰਨਾ ਸ਼ੁਰੂ ਕੀਤਾ ਸੀ, ਸਿੱਖਣਾ ਸ਼ੁਰੂ ਕੀਤਾ। ਕੋਈ ਪਰਿਵਾਰ ਦੇ ਵਿੱਚ ਕੋਈ ਅਜਿਹਾ ਵਿਅਕਤੀ ਜਿਹਨੇ ਪਹਿਲੇ ਪੇਂਟਿੰਗ ਦਾ ਸ਼ੌਂਕ ਰੱਖਿਆ ਹੋਵੇ ਕੋਈ, ਜਾਂ ਤੁਸੀਂ ਪਹਿਲੇ ਹੋ? ਨਹੀਂ ਸਰ, ਮੈਂ ਜਿੰਨਾ ਕੁ ਮੈਨੂੰ ਪਤਾ ਹੈਗਾ ਮੈਂ ਆਪਣੇ ਪੂਰੇ ਖਾਨਦਾਨ 'ਚ ਮੈਂ ਪਹਿਲਾਂ ਹੀ ਹਾਂ ਜੋ ਪੇਂਟਿੰਗ ਕਰਦਾ ਹੈਗਾ। ਸੋ ਫਸਟ ਹੀ ਹਾਂ। ਪੇਂਟਿੰਗ ਬਾਰੇ ਤਾਂ ਚਲੋ ਗੱਲ ਅੱਗੇ ਕਰਾਂਗੇ। ਜੇ ਤੁਹਾਡੇ ਸ਼ੌਂਕ ਦੀ ਗੱਲ ਕੀਤੀ ਜਾਵੇ, ਪੇਂਟਿੰਗ ਤੋਂ ਇਲਾਵਾ ਕਿਹੜੇ ਐਸੇ ਜਿਹੜੇ ਸ਼ੌਂਕ ਰੱਖਦੇ ਹੋ ਤੁਸੀਂ? ਸਰ ਕਲਾਵਾਂ ਵੈਸੇ ਬਹੁਤ ਤਰ੍ਹਾਂ ਦੀਆਂ ਹੈਗੀਆਂ ਨੇ। ਮੇਰਾ ਲਗਭਗ ਹਰ ਕਲਾ 'ਚ ਰੁਝਾਨ ਰਿਹਾ ਹੈਗਾ। ਸੋ ਉਹਦੇ ਵਿੱਚ ਸਿੱਖਣ ਦੀ ਕੋਸ਼ਿਸ਼ ਵੀ ਕੀਤੀ। ਜਿਵੇਂ ਪੇਂਟਿੰਗਸ ਤਾਂ ਚਲੋ ਹੈ ਹੀ ਆ, ਮੈਂ ਹਰ ਮੀਡੀਅਮ ਦੇ ਵਿੱਚ ਮੈਂ ਵਰਕ ਕੀਤਾ ਪੇਂਟਿੰਗ 'ਚ। ਇਹਦੇ ਨਾਲ ਮੇਰਾ ਸੰਗੀਤ ਦੇ ਵਿੱਚ, ਮਿਊਜ਼ਿਕ 'ਚ ਬਹੁਤ ਇੰਟਰਸਟ ਰਿਹਾ ਹੈਗਾ। ਸੋ ਮਿਊਜ਼ਿਕ ਵੀ ਮੈਂ ਕਾਫੀ ਸਾਰੀਆਂ ਥਾਵਾਂ ਤੋਂ ਸਿੱਖਿਆ ਵੀ ਹੈ ਉਸ ਚੀਜ਼ ਨੂੰ, ਕਲਾਸੀਕਲ ਮਿਊਜ਼ਿਕ ਨੂੰ ਵੀ ਸਿੱਖਿਆ ਹੈਗਾ। ਲਿਖਣ ਦਾ ਸ਼ੌਕੀਨ ਰਿਹਾ ਹੈਗਾ ਮੈਂ, ਤਾਂ ਪੋਇਟਰੀ ਲਿਖਦਾ ਰਿਹਾ ਹਰ ਰੰਗ ਦੇ ਵਿੱਚ। ਬਾਕੀ ਬ੍ਰੇਨ ਮੈਮਰੀ ਇੱਕ ਟੈਕਨੀਕ ਹੈ ਜਿਹਦੇ ਵਿੱਚ ਹਜ਼ਾਰਾਂ ਸ਼ਬਦਾਂ ਨੂੰ ਸੁਣ ਕੇ ਯਾਦ ਕੀਤਾ ਜਾ ਸਕਦਾ ਹੈਗਾ। ਜੈਪੁਰ ਤੋਂ ਕਮਲੇਸ਼ ਚੰਦਰਾ ਜੀ ਇੱਕ ਪਰਸਨੈਲਿਟੀ ਹੈ ਜੋ ਬਹੁਤ ਸਾਰੀ ਚੀਜ਼ਾਂ ਨੂੰ ਇੱਕ ਵਾਰ ਸੁਣ ਕੇ ਯਾਦ ਕਰ, ਲਗਭਗ 10,000 ਸ਼ਬਦਾਂ ਨੂੰ ਇੱਕ ਵਾਰ ਸੁਣ ਕੇ ਉਹ ਯਾਦ ਕਰ ਲੈਂਦੇ, ਕਮਲੇਸ਼ ਚੰਦਰਾ। ਉਹਨਾਂ ਕੋਲੋਂ ਮੈਨੂੰ ਇਹ ਚੀਜ਼ ਨੂੰ ਸਿੱਖਣ ਨੂੰ ਮਿਲਿਆ। ਬੀਟ ਬਾਕਸਿੰਗ ਮਤਲਬ ਮੂੰਹ ਰਾਹੀਂ ਮਿਊਜ਼ਿਕ ਕੰਪੋਜ਼ ਕਰਨਾ, ਉਸ ਚੀਜ਼ ਨੂੰ ਕਿਹਾ ਜਾਂਦਾ ਹੈਗਾ ਬੀਟ ਬਾਕਸਿੰਗ। ਸੋ ਮੈਂ ਉਸ ਚੀਜ਼ ਨੂੰ ਕਰਦਾ। ਅਤੇ ਨਾਲ ਮਮਿਕਰੀ ਆਰਟਿਸਟ ਵੀ ਹਾਂ, ਬਹੁਤ ਸਾਰੇ ਕਲਾਕਾਰਾਂ ਦੀਆਂ ਆਵਾਜ਼ਾਂ ਦੀ ਕਾਪੀਆਂ ਕਰਨਾ ਇਸ ਤਰ੍ਹਾਂ। ਜੇ 2 ਸਤਰਾਂ ਕੁਛ ਜਿਹੜੇ ਤੁਸੀਂ ਸਾਨੂੰ ਸੁਣਾ ਸਕੋ, ਅਤੇ ਨਾਲ ਹੀ ਮਮਿਕਰੀ ਦਾ ਵੀ ਅਸੀਂ ਜ਼ਿਕਰ ਕਰਾਂਗੇ ਵੀ ਮਮਿਕਰੀ ਵੀ ਕੁਛ 1 ਜਾਂ 2। ਜੀ ਬਿਲਕੁਲ। ਪਹਿਲਾਂ ਤੁਸੀਂ ਕੀ ਸੁਣਨਾ ਪਸੰਦ ਕਰੋ? ਮੈਂ ਕੁਛ ਜੋ ਲਿਖਿਆ ਹੋਇਆ ਮੇਰਾ ਜੀ, ਸੋ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਨੇ ਮੈਂ। ਕੁਛ ਮੋਟੀਵੇਸ਼ਨਲ ਇੱਕ ਮੇਰਾ ਸੌਂਗ ਹੈਗਾ ਹੈ, ਉਹਦੀਆਂ ਕੁਛ ਲਾਈਨਾਂ ਮੈਂ ਤੁਹਾਨੂੰ ਸੁਣਾਉਣੀਆਂ ਚਾਹਾਂਗਾ। ਕਈ ਵਾਰ ਅਸੀਂ ਜ਼ਿੰਦਗੀ 'ਚ ਬਹੁਤ ਮਾਯੂਸ ਹੋ ਜਾਂਦੇ ਨੇ, ਸੋ ਉਹਨਾਂ ਵਾਸਤੇ ਹੈ। ਮੈਂ ਵੀ ਜਦੋਂ ਕਈ ਵਾਰ ਮਾਯੂਸ ਹੁੰਦਾ ਤਾਂ ਮੈਂ ਉਹਨਾਂ ਚੀਜ਼ਾਂ ਨੂੰ ਦੁਬਾਰਾ ਰਿਪੀਟ ਕਰਦਾ। ਤਾਂ ਐਡੀ ਕਿਹੜੀ ਗੱਲ ਜਿਹੜਾ ਬੈਠਾ ਹੈ ਉਦਾਸ ਹੋ ਕੇ, ਨਿੱਕੀ ਨਿੱਕੀ ਗੱਲ ਉੱਤੇ ਹੌਸਲੇ ਨਹੀਂ ਢਾਈ ਦੇ। ਐਡੀ ਕਿਹੜੀ ਗੱਲ ਜਿਹੜਾ ਬੈਠਾ ਹੈ ਉਦਾਸ ਹੋ ਕੇ, ਨਿੱਕੀ ਨਿੱਕੀ ਗੱਲ ਉੱਤੇ ਹੌਸਲੇ ਨਹੀਂ ਢਾਈ ਦੇ। ਦੁੱਖਾਂ ਦੇ ਸਮੁੰਦਰਾਂ ਦਾ ਤਲ ਕਿੰਨਾ ਡੂੰਘਾ ਹੋਣਾ, ਬੈਠ ਕੇ ਕਿਨਾਰੇ 'ਤੇ ਅੰਦਾਜ਼ੇ ਨਹੀਂ ਉਹ ਲਾਈ ਦੇ। ਐਡੀ ਕਿਹੜੀ ਗੱਲ ਜਿਹੜਾ ਬੈਠਾ ਹੈ ਉਦਾਸ ਹੋ ਕੇ, ਨਿੱਕੀ ਨਿੱਕੀ ਗੱਲ ਉੱਤੇ ਹੌਸਲੇ ਨਹੀਂ ਢਾਈ ਦੇ। ਤੇਸੀਆਂ ਤੇ ਥੋੜਿਆਂ ਦੀ ਮਾਰ ਖਾ ਬਣੇ ਬੁੱਤ, ਤੇਸੀਆਂ ਤੇ ਥੋੜਿਆਂ ਦੀ ਮਾਰ ਖਾ ਬਣੇ ਬੁੱਤ। ਪੂਜਾ ਫਿਰ ਉਹਨਾਂ ਦੀ ਹੀ ਹੁੰਦੀ ਸਾਰੇ ਜੱਗ 'ਤੇ। ਕੱਚੇ ਹੁੰਦੇ ਅੱਧ ਵਿਚਕਾਰੇ ਡੁੱਬ ਜਾਮਦੇ ਨੇ, ਲੰਘ ਕੇ ਹੀ ਪੱਕੇਗਾ ਮੁਸੀਬਤਾਂ ਦੀ ਅੱਗ 'ਤੇ। ਜਿੰਨਾ ਤੂੰ ਸੰਭਾਲ ਸਕੇ ਰੱਬ ਨੇ ਤਾਂ ਓਨਾ ਦਿੱਤਾ, ਜਿੰਨਾ ਤੂੰ ਸੰਭਾਲ ਸਕੇ ਰੱਬ ਨੇ ਤਾਂ ਓਨਾ ਦਿੱਤਾ। ਆਪੇ ਹੀ ਬਣਾਉਂਦੇ ਹਾਂ ਪਹਾੜ ਅਸੀਂ ਰਾਈ ਦੇ, ਵੀ ਦੁੱਖਾਂ ਦੇ ਸਮੁੰਦਰਾਂ ਦਾ ਤਲ ਕਿੰਨਾ ਡੂੰਘਾ ਹੋਣਾ, ਬੈਠ ਕੇ ਕਿਨਾਰੇ 'ਤੇ ਅੰਦਾਜ਼ੇ ਨਹੀਂ ਉਹ ਲਾਈ ਦੇ। ਬਹੁਤ ਵਧੀਆ ਜੀ, ਮੈਂ ਕਹਿੰਦਾ ਲਿਖਦੇ ਬਹੁਤ ਵਧੀਆ ਹੋ। ਜੇ ਮਮਿਕਰੀ ਦੀ ਗੱਲ ਕੀਤੀ ਜਾਵੇ, ਕੋਈ 1 ਜਾਂ 2 ਆਵਾਜ਼ਾਂ ਜਿਹੜੀਆਂ ਕੱਢ ਸਕੋਗੇ? ਹਾਂ ਬਿਲਕੁਲ ਸਰ, ਮਮਿਕਰੀ ਦੇ ਵਿੱਚ ਵੈਸੇ ਬਹੁਤ ਸਾਰੇ ਫਿਲਮ ਸਟਾਰਸ ਹੈਗੇ ਜਿਹੜੇ ਅੱਜ ਦੀ ਪੀੜ੍ਹੀ ਨੂੰ ਵੀ ਪਤਾ ਅਤੇ ਪੁਰਾਣੇ ਵੀ ਹੈਗੇ ਆ। ਤਾਂ ਪੁਰਾਣੇ ਦੀ ਮੈਂ ਅਗਰ ਗੱਲ ਕਰਾਂ ਤਾਂ ਜਿਵੇਂ ਪੰਜਾਬੀ ਬਹੁਤ ਸਾਰੇ ਲੋਕ ਮੇਲ ਮਿੱਤਰ ਸਾਹਿਬ ਨੂੰ ਜਾਣਦੇ ਹੋਣਗੇ।
ਮੇਰੇ ਮਿੱਤਰ ਸਾਹਿਬ ਇੱਕ ਬੜੀ ਅੱਛੀ ਪਰਸਨੈਲਿਟੀ ਰਹੇ ਨੇ, ਅੱਜ ਸਾਡੇ ਵਿਚਕਾਰ ਨਹੀਂ ਹੈ। ਉਹਨਾਂ ਦੇ 2 ਲਾਈਨਾਂ, ਉਹ ਹੋਇਆ ਮੈਂ ਤਾਂ ਚੱਕਦਾਗਾ ਫਟੇ, ਮੈਂ ਤਾਂ ਪਤਾਗਾ ਪਾਣੇ ਆਇਆ ਹੈ, ਮੈਂ ਕਿਹਾ ਨੇਈਆਂ ਠਾ ਦਿਆਂਗੇ, ਉਹ ਹੋਇਆ ਹੈਗਾ ਨਾ। ਇਹ ਮੇਰੇ ਮਿੱਤਰ ਸਾਹਿਬ ਇਸ ਤਰ੍ਹਾਂ ਉਹਨਾਂ ਦਾ ਐਸੈਂਟ ਸੀਗਾ। ਇਸੇ ਤਰੀਕੇ ਨਾਲ ਜਿਸ ਤਰ੍ਹਾਂ ਅਮਰੀਸ਼ ਪੁਰੀ ਸਾਹਿਬ ਬਹੁਤ ਉਮਦਾ ਆਵਾਜ਼ ਹੈ, ਉਹ ਵੀ ਪੰਜਾਬੀ ਸੀਗੇ, ਅੱਜ ਉਹ ਵੀ ਸਾਡੇ ਵਿਚਕਾਰ ਨਹੀਂ ਹੈ। ਉਹਨਾਂ ਦੀ ਆਵਾਜ਼ 'ਚ ਬੜਾ ਦਮ ਸੀ, ਉਹਨਾਂ ਦੀ ਆਵਾਜ਼। अरे गुलाटी, अरे सांप सूंघ गया तुम लोगों को, अरे ब्लडी फूल, अरे पंजाबी गाना। इस तरह ही सनी देओल साहब है। अशरफ अली, ए ना तूने हथियार छोड़े हैं, उन्हें चलाना नहीं बोले। अगर चौकर पर बारात आई तो डोली की जगह आरतियाँ उठेंगी, और सबसे पहले आरती उस कमीने की होगी जिसके सर पे सेहरा होगा। जब ये 2.5 किलो का हाथ किसी पे पड़ता है ना, तो आदमी उठता नहीं है और जाता है। तो इस तरह एक सुनील शेट्टी साहब दी लास्ट, है सुमन, तुम मुझे बोल जाओ नहीं सकता, और मैं तुम्हें बोल जाऊं ये मैं होने नहीं दूंगा। मेरा नाम है अन्ना, 24 घंटे चौकन्ना है बाबू भैया। सो इस तरीके ਨਾਲ ਬਹੁਤ ਸਾਰੇ ਫਿਲਮ ਸਟਾਰਸ ਨੇ। ਬਹੁਤ ਵਧੀਆ ਜੀ। ਮੈਂ ਕਹਿੰਦਾ ਵੀ ਬਾ ਕਮਾਲ ਆਵਾਜ਼ਾਂ ਕੱਢੀਆਂ ਨੇ। ਤੇ ਗੱਲ ਜੇ ਪੇਂਟਿੰਗ ਦੀ ਕੀਤੀ ਜਾਵੇ ਤੇ ਕਿੰਨੀਆਂ ਕੁ ਪੇਂਟਿੰਗ ਜਿਹੜੀਆਂ ਤੁਸੀਂ ਬਣਾ ਚੁੱਕੇ ਹੋ, ਕਿਹੜੀ ਪੇਂਟਿੰਗ ਬਣਾਉਣ ਦਾ ਸ਼ੌਂਕ ਰੱਖਦੇ ਹੋ? ਸਕੈਚ ਦੀ, ਆਇਲ ਪੇਂਟਿੰਗ, ਕਿਵੇਂ ਜੀ? ਪੇਂਟਿੰਗਸ ਦੇ ਵਿੱਚ ਵੈਸੇ ਮੈਂ ਹਰ ਮੀਡੀਅਮ ਦੇ ਵਿੱਚ ਵਰਕ ਕੀਤਾ ਸਰ। ਵਾਟਰ ਕਲਰ, ਪੇਸਟਲ ਕਲਰ, ਚਾਰਕੋਲ, ਬੋਲ ਪੈਨ, ਜੈਲ ਪੈਨ, ਇੰਕ ਪੈਨ, ਰੋਟਰੀ ਪੈਨ ਦੇ ਨਾਲ ਆਇਲ ਪੇਂਟਿੰਗ, ਐਕ੍ਰੈਲਿਕ ਪੇਂਟਿੰਗ। ਸੋ ਅਗਰ ਕਲਰ ਪੇਂਟਿੰਗਸ ਦੀ ਮੈਂ ਗੱਲ ਕਰਾਂ ਤਾਂ ਲਗਭਗ 400-450 ਦੇ ਕਰੀਬ ਮੈਂ ਪੇਂਟਿੰਗਸ ਬਣਾ ਚੁੱਕਿਆ ਹੈਗਾ ਹਰ ਮੀਡੀਅਮ ਦੇ ਵਿੱਚ। ਬਟ ਮੈਨੂੰ ਸਭ ਤੋਂ ਵੱਧ ਜਿਹੜਾ ਮਜ਼ਾ ਆਉਂਦਾ ਹੈਗਾ ਉਹ ਲਾਈਵ ਸਕੈਚਿੰਗ 'ਚ ਆਉਂਦਾ ਹੈਗਾ। ਲਾਈਵ ਸਕੈਚਿੰਗ ਸਾਹਮਣੇ ਬਿਠਾ ਕੇ ਪੋਰਟਰੇਟ ਜਿਸ ਤਰ੍ਹਾਂ ਬਣਾਇਆ ਜਾਂਦਾ ਹੈ ਕਿਸੇ ਵੀ ਸ਼ਖਸ ਦਾ ਜਾਂ ਕੋਈ ਲੈਂਡਸਕੇਪ ਦਾ ਜਾਂ ਪੋਰਟਰੇਟ, ਕਿਉਂਕਿ ਲਾਈਵ ਸਕੈਚਿੰਗ ਸਿੱਖਣ ਨੂੰ ਬਹੁਤ ਕੁਝ ਮਿਲਦਾ। ਤਾਂ ਲਾਈਵ ਸਕੈਚਿੰਗ ਦੀ ਅਗਰ ਮੈਂ ਗੱਲ ਕਰਾਂ, ਮੈਂ ਉਹ ਸਕੈਚਿਸ ਸਭ ਤੋਂ ਵੱਧ ਬਣਾਏ ਨੇ। ਅਤੇ ਅਗਰ ਉਹਨਾਂ ਦੀ ਮੈਂ ਅਗਰ ਗੱਲ ਕਰਾਂ ਤਾਂ ਲਗਭਗ 3-3.25 ਲੱਖ ਦੇ ਕਰੀਬ ਮੈਂ ਹੁਣ ਤੱਕ ਸਕੈਚਿਸ ਬਣਾ ਚੁੱਕਿਆ ਸਰ, ਲਾਈਵ ਪੋਰਟਰੇਟਸ। ਜੇ ਗੱਲ ਖਰੀਦਣ ਦੀ ਆਵੇ, ਲਾਈਵ ਸਕੈਚ ਤੁਸੀਂ ਦੱਸਿਆ, ਕੋਈ ਅਜਿਹਾ ਕੋਈ ਸ਼ਖਸੀਅਤ, ਕੋਈ ਵੱਡੀ ਸ਼ਖਸੀਅਤ ਜਿਹਨੇ ਤੁਹਾਡੇ ਪੇਂਟਿੰਗ ਖਰੀਦੀਆਂ ਹੋਣ ਜੀ? ਜੀ ਸਰ, ਵੈਸੇ ਪੇਂਟਿੰਗਸ ਬਹੁਤ ਸਾਰੇ ਨਾਮਵਰ ਹਸਤੀਆਂ ਨੇ ਖਰੀਦੀਆਂ ਨੇ, ਪਰ ਉਹਨਾਂ ਵਿੱਚੋਂ ਅਗਰ ਮੈਂ ਗੱਲ ਕਰਾਂ, ਜਿਵੇਂ ਪੰਜਾਬ ਦੇ ਸਾਡੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਰਹੇ ਨੇ, ਜਿਹੜੇ ਪਹਿਲਾਂ ਸਾਬਕਾ ਮੁੱਖ ਮੰਤਰੀ। ਤਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਮੇਰੀ ਪੇਂਟਿੰਗ ਖਰੀਦੀ ਸੀਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੈਂ ਇੱਕ ਪੋਰਟਰੇਟ ਬਣਾਇਆ ਸੀਗਾ। ਉਹ ਇੱਕ ਸਾਰਸ ਫੇਅਰ ਹੋਇਆ ਸੀਗਾ ਰੋਪੜ ਦੇ ਵਿੱਚ, ਨਹਿਰੂ ਸਟੇਡੀਅਮ ਦੇ ਵਿੱਚ। ਉੱਥੇ ਮੈਂ ਐਗਜ਼ੀਬਿਸ਼ਨ ਲਗਾਈ ਸੀ ਅਤੇ ਉੱਥੇ ਉਹਨਾਂ ਨੇ ਉਹ ਮੇਰੀ ਪੇਂਟਿੰਗ ਖਰੀਦੀ ਸੀ। ਇਸ ਤੋਂ ਇਲਾਵਾ ਮੈਂ ਲਾਈਵ ਸਕੈਚਿੰਗ, ਜਿਵੇਂ ਹੰਸਰਾਜ ਹੰਸ ਜੀ ਦਾ ਲਾਈਵ ਪੋਰਟਰੇਟ ਬਣਾ ਚੁੱਕਿਆ, ਮਾਸਟਰ ਸਲੀਮ ਸਾਹਿਬ ਦਾ ਪੋਰਟਰੇਟ ਬਣਾ ਚੁੱਕਿਆ ਹੈਗਾ। ਸੋ ਇਸ ਤਰ੍ਹਾਂ ਬਹੁਤ ਸਾਰੀ ਨਾਮਵਰ ਹਸਤੀਆਂ ਹੈਗੀ ਜਿਨ੍ਹਾਂ ਦੇ ਮੈਂ ਲਾਈਵ ਪੋਰਟਰੇਟਸ ਬਣਾ ਚੁੱਕਿਆ, ਪੇਂਟਿੰਗਸ ਉਹਨਾਂ ਨੂੰ ਦੇ ਚੁੱਕਿਆ ਹੈਗਾ ਗਿਫਟ ਦੇ ਤੌਰ 'ਤੇ। ਜੇ ਐਗਜ਼ੀਬਿਸ਼ਨ ਦੀ ਗੱਲ ਕੀਤੀ ਜਾਵੇ, ਕਿਉਂਕਿ ਪੰਜਾਬ ਹੈ, ਪੰਜਾਬ ਦੇ ਵਿੱਚ ਸ਼ਾਇਦ ਹੋ ਸਕਦਾ ਕਲਾ ਦਾ ਜਿਹੜਾ ਮੁੱਲ ਨਹੀਂ ਪੈਂਦਾ ਹੋਵੇ ਜਾਂ ਫਿਰ ਲੋਕਾਂ ਨੂੰ ਪਤਾ ਨਾ ਹੋਵੇ, ਅਤੇ ਕਿੱਥੇ ਐਗਜ਼ੀਬਿਸ਼ਨ ਲਾਉਂਦੇ ਹੋ? ਕਿਵੇਂ ਤੁਸੀਂ ਜਿਹੜੀ ਪੇਂਟਿੰਗ ਨੂੰ ਆਪਣੀਆਂ ਨੂੰ ਵੇਚਦੇ ਹੋ, ਜਿੱਦਾਂ ਆਪਣਾ ਸੇਲ ਕਰਦੇ ਹੋ? ਜੀ, ਤਾਂ ਸਟਾਰਟਿੰਗ ਦੇ ਵਿੱਚ ਮੈਂ ਪੰਜਾਬ ਦੇ ਵਿੱਚ ਹੀ ਐਗਜ਼ੀਬਿਸ਼ਨ ਲਗਾਈਆਂ ਸੀਗੀਆਂ, ਬਟ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਵੈਲਿਊ ਜਾਂ ਕੀਮਤ ਨਹੀਂ ਪਈ ਹੈਗੀ ਪੇਂਟਿੰਗਸ ਦੀ, ਕਿਉਂਕਿ ਪੇਂਟਿੰਗਸ ਮਹਿੰਗੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ। ਸੋ 25,000, 50,000, 60,000 ਦੀਆਂ ਉਹ ਪੇਂਟਿੰਗਸ ਹੁੰਦੀਆਂ ਨੇ। ਤਾਂ ਬਹੁਤ ਰੇਅਰ ਹੋਇਆ ਕਿ ਬਹੁਤ ਘੱਟ ਲੋਕਾਂ ਨੇ ਖਰੀਦੀਆਂ। ਪੇਂਟਿੰਗਸ ਦੀ ਵੈਲਿਊ ਵੱਡੇ ਸ਼ਹਿਰਾਂ ਵਿੱਚ ਜ਼ਿਆਦਾ ਸੀ, ਤਾਂ ਫਿਰ ਮੈਂ ਰੁਖ ਕੀਤਾ ਚੰਡੀਗੜ੍ਹ ਵੱਲ। ਚੰਡੀਗੜ੍ਹ ਕੁਛ ਮੈਨੂੰ ਜ਼ਿਆਦਾ ਅੱਛੀ ਮੇਰੀ ਪੇਂਟਿੰਗਸ ਵਿਕਣੇ ਸ਼ੁਰੂ ਹੋਈਆਂ। ਉੱਥੇ ਤੋਂ ਮੈਨੂੰ ਪਤਾ ਲੱਗਿਆ ਕਿ ਹੋਰ ਵੱਡੇ ਸ਼ਹਿਰਾਂ 'ਚ ਨਿਕਲਣਾ ਚਾਹੀਦਾ। ਤਾਂ ਫਿਰ ਮੈਂ ਦਿੱਲੀ ਗਿਆ। ਦਿੱਲੀ, ਸ਼ਿਮਲਾ, ਡਲਹੌਜ਼ੀ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਮੈਂ ਐਗਜ਼ੀਬਿਸ਼ਨਸ ਕਰਨੀਆਂ ਸ਼ੁਰੂ ਕੀਤੀਆਂ। ਤਾਂ ਉੱਥੇ ਮੇਰੀ ਪੇਂਟਿੰਗਸ ਬਹੁਤ ਅੱਛੀਆਂ ਵਿਕੀਆਂ। ਮੈਂ ਰੀਅਲਿਸਟਿਕ ਪੇਂਟਿੰਗਸ ਇੱਥੇ ਬਣਾਈਆਂ ਪੰਜਾਬ ਦੇ ਵਿੱਚ, ਅਸਲ ਵਰਗੀਆਂ ਜਿਹਨੂੰ ਕਹਿੰਦੇ ਆ। ਬਟ ਮਾਡਰਨ ਆਰਟ ਦਾ ਰੁਝਾਨ ਜ਼ਿਆਦਾ ਮੈਂ ਦੇਖਣ ਨੂੰ ਮਿਲਿਆ। ਜਿਵੇਂ ਸੋਭਾ ਸਿੰਘ ਆਰਟਿਸਟ ਮੇਰੇ ਮੈਂਟਰ ਰਹੇ ਨੇ, ਉਹ ਰੀਅਲਿਸਟਿਕ ਪੇਂਟਿੰਗਸ ਜ਼ਿਆਦਾ ਬਣਾਉਂਦੇ ਰਹੇ, ਲੇਕਿਨ ਉਹਨਾਂ ਦੀ ਸਮਕਾਲੀ ਇੱਕ ਆਰਟਿਸਟ ਰਹੇ ਨੇ ਮੁਹੰਮਦ ਫਿਦਾ ਹੁਸੈਨ ਸਾਹਿਬ। ਮਾਡਰਨ ਆਰਟ ਪੇਂਟਿੰਗਸ ਸੇ ਪਿਕਾਸੋ ਔਰ ਲਿਓਨਾਰਡੋ ਦਾ ਵਿੰਚੀ, ਸਾਰੇ ਆਰਟਿਸਟ ਮੋਸਟਲੀ ਜ਼ਿਆਦਾਤਰ ਮੈਂ ਐਬਸਟਰੈਕਟ ਮਾਡਰਨ ਆਰਟ ਪੇਂਟਿੰਗਸ ਨੂੰ ਜ਼ਿਆਦਾ ਦੇਖਿਆ ਕਿ ਉਹਨਾਂ ਦਾ ਰੁਝਾਨ ਜ਼ਿਆਦਾ ਹੈਗਾ ਹੈ ਆਪਣੇ ਘਰਾਂ 'ਚ ਲਗਾਉਣ ਦਾ। ਜਿਵੇਂ ਗੱਲ ਕੀਤੀ ਜਾਵੇ, ਹੁਣ ਤੁਸੀਂ ਥੋੜ੍ਹੇ ਦਿਨ ਪਹਿਲੇ DC ਰੂਪਨਗਰ ਦੀ ਪੇਂਟਿੰਗ ਬਣਾ ਕੇ ਉਹਨਾਂ ਨੂੰ ਗਿਫਟ ਕੀਤੀ ਹੈ। ਕਿਸ ਤਰੀਕੇ ਨਾਲ ਮਨ 'ਚ ਆਇਆ ਵੀ ਹਾਂ ਵੀ DC ਸਾਹਿਬ ਦੀ ਜਿਹੜੀ ਹੈ ਪੇਂਟਿੰਗ ਬਣਾਉਣੀ ਚਾਹੀਦੀ ਹੈ? ਸਰ, ਮੈਂ ਚੰਡੀਗੜ੍ਹ ਰਹਿ ਰਿਹਾ ਸੀ ਕਾਫੀ ਲੰਬੇ ਸਮੇਂ ਤੋਂ, ਕਿਉਂਕਿ ਮੇਰਾ ਕਾਰੋਬਾਰ ਸਾਰਾ ਉੱਥੇ ਹੈਗਾ, ਲਾਈਵ ਸਕੈਚਿੰਗ ਦਾ, ਪੇਂਟਿੰਗਸ ਦਾ ਵੀ। ਸੋ ਮੇਰਾ ਪੁਸ਼ਤੈਦੀ ਘਰ ਰੋਪੜ ਵਿੱਚ ਹੀ ਹੈ। ਬਟ ਕਰੋਨਾ ਵਾਇਰਸ ਦੇ ਚੱਲਦੇ ਹੋਏ ਤਾਂ ਮੈਂ ਫਰਵਰੀ ਦੇ ਐਂਡ ਦੇ ਵਿੱਚ ਹੀ ਮੈਂ ਵਾਪਸ ਘਰ ਆ ਗਿਆ ਸੀਗਾ, ਸ਼ਿਫਟ ਹੋ ਗਿਆ ਸੀ ਫੈਮਿਲੀ ਸਮੇਤ। ਤਾਂ ਉਸ ਦੌਰਾਨ ਸੋਨਾਲੀ ਮੈਮ ਇੱਥੇ DC ਸੀਗੇ, ਤਾਂ ਉਹਨੇ ਕੁਰਸੀ ਸੰਭਾਲੀ ਸੀ ਮੇਰੇ ਖਿਆਲ ਮਾਰਚ ਦੇ ਵਿੱਚ ਹੀ ਆ ਕੇ। ਤਾਂ ਫਿਰ ਮੈਂ ਦੇਖਿਆ ਉਹ ਬਹੁਤ ਫੀਲਡ ਵਰਕ ਬਹੁਤ ਅੱਛਾ ਸੰਭਾਲ ਰਹੇ ਸੀ, ਹਰ ਚੀਜ਼ ਨੂੰ ਦੇਖ ਰਹੇ ਸੀ। ਮੈਨੂੰ ਵਾਚ ਕਰਦਾ ਰਹਿੰਦਾ ਸੀਗਾ। ਰੋਪੜ ਦੇ ਬਹੁਤ ਸਾਰੇ ਲੋਕ ਉਹਨਾਂ ਦੇ ਵੀਡੀਓਜ਼ ਵਾਇਰਲ ਕਰਦੇ ਸੀਗੇ ਕਿ ਬਹੁਤ ਅੱਛਾ ਕੰਮ ਕਰ ਰਹੇ ਨੇ। ਤਾਂ ਮੈਨੂੰ ਲੱਗਿਆ ਕਿ ਬਹੁਤ ਗਰਾਊਂਡ ਲੈਵਲ 'ਤੇ ਆ ਕੇ ਉਹ ਇਸ ਚੀਜ਼ ਨੂੰ ਕਰ ਰਹੇ। ਅਤੇ ਮੇਰੇ ਕੋਲ ਮੈਨੂੰ ਲੱਗਿਆ ਕਿ ਮੈਨੂੰ ਥੈਂਕਸ ਕਰਨ ਦਾ ਮੇਰੇ ਕੋਲ ਇਹੀ ਇੱਕ ਤਰੀਕਾ ਰਿਹਾ ਐਜ਼ ਏ ਆਰਟਿਸਟ। ਮੈਂ ਨੈੱਟ ਤੋਂ ਉਹਨਾਂ ਦੇ ਇੱਕ ਫੋਟੋਗ੍ਰਾਫ ਕੱਢੀ ਅਤੇ ਇੱਕ ਪੋਰਟਰੇਟਸ ਬਣਾ ਕੇ
ਉਹਨਾਂ ਨੂੰ ਮੈਂ ਪੇਂਟ ਕਰਕੇ ਆਇਆ। ਸੋ ਉਹਨਾਂ ਨੂੰ ਬਹੁਤ ਅੱਛਾ ਵੀ ਲੱਗਿਆ। ਮੈਂ ਜਾ ਕੇ ਉਹਨਾਂ ਦੇ ਆਫਿਸ ਚੀਜ਼ ਨੂੰ ਦੇਖ ਕੇ ਆਇਆ ਅਤੇ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸੀ ਉਹਨਾਂ ਦਾ ਆਪਣੇ ਵੱਲੋਂ, ਜਿਸ ਤਰੀਕੇ ਨਾਲ ਉਹ ਵਰਕ ਨੂੰ ਕਰ ਰਹੇ ਨੇ, ਸੰਭਾਲ ਰਹੇ ਨੇ ਸਾਰੇ ਪ੍ਰਸ਼ਾਸਨ ਨੂੰ, ਸਭ ਚੀਜ਼ਾਂ ਨੂੰ ਦੇਖ ਰੇਖ ਕਰ ਰਹੇ ਨੇ। ਤੁਸੀਂ ਪੇਂਟਿੰਗ ਬਣਾਈ ਸੀ ਅਤੇ ਮੈਂ ਮੌਜੂਦਾ ਸਮੇਂ ਦੀ ਗੱਲ ਕਰ ਲਾਂ ਵੀ ਜਿਵੇਂ ਹੁਣ ਖਬਰਾਂ ਆ ਰਹੀਆਂ ਨੇ ਵੀ DC ਸਾਹਿਬਾਂ ਨੂੰ ਵੀ ਅਤੇ ਉਹਨਾਂ ਦੇ ਹਸਬੈਂਡ ਨੂੰ ਵੀ ਕਰੋਨਾ ਜਿਹੜਾ ਵੀ ਹੋ ਚੁੱਕਿਆ ਹੈ, ਕੀ ਕਰੋਗੇ, ਕਿਵੇਂ ਅਰਦਾਸ ਕਰੋਗੇ, ਕੀ ਕਹੋਗੇ? ਦੇਖੋ ਸਰ, ਵੈਸੇ ਅਰਦਾਸ ਤਾਂ ਪੂਰੀ ਦੁਨੀਆ ਕਰ ਰਹੀ ਹੈਗੀ ਇਸ ਚੀਜ਼ ਨੂੰ ਲੈ ਕੇ ਕਿ ਇਹ ਬਲਾ ਸਿਰ ਤੋਂ ਟਲ ਜਾਵੇ, ਨਿਕਲ ਜਾਵੇ। ਸੋ ਪਰ ਜਿਸ ਥਾਂ 'ਤੇ ਬੰਦਾ ਰਹਿ ਰਿਹਾ ਹੁੰਦਾ ਹੈਗਾ ਹੈ, ਉਹ ਮਾਹੌਲ ਨੂੰ ਆਪਣੀ ਅੱਖਾਂ ਨਾਲ ਵੇਖ ਰਿਹਾ ਹੁੰਦਾ। ਸੋ DC ਮੈਮ ਨੂੰ ਮੈਂ ਮਿਲਿਆ ਹੈਗਾ, ਰੋਪੜ ਦੇ ਸਾਰੇ ਲੋਕ, ਜ਼ਿਲ੍ਹੇ ਦੇ ਸਾਰੇ ਲੋਕ ਉਹਨਾਂ ਨੂੰ ਜਾਣਦੇ ਨੇ, ਪਹਿਚਾਣਦੇ ਨੇ, ਉਹਨਾਂ 'ਚ ਵਿਚਰਦੇ ਰਹੇ ਨੇ। ਸੋ ਵਾਕਈ ਦਿਲ ਤੋਂ ਅਸੀਂ ਦੁਆ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉਹ ਵੀ ਅਤੇ ਹੋਰ ਬਹੁਤ ਸਾਰੇ ਲੋਕ ਹੈਗੇ ਨੇ ਜੋ ਇਸ ਮੁਸ਼ਕਿਲ ਦੇ ਦੌਰ 'ਚ ਫਸੇ ਹੋਏ ਆ, ਜਲਦੀ ਜਲਦੀ ਠੀਕ ਹੋ ਜਾਣ ਔਰ ਤੰਦਰੁਸਤ ਹੋ ਕੇ ਵਾਪਸ ਆਪਣੇ ਕੰਮ 'ਤੇ ਆ ਜਾਣ। ਸੋ ਅਸੀਂ ਬਾਕੀ ਦਿਲ ਤੋਂ ਦੁਆ ਕਰਦੇ ਹਾਂ। ਜੇ ਗੱਲ ਪੇਂਟਿੰਗ ਨੂੰ ਸੇਲ ਕਰਨ ਦੀ ਕੀਤੀ ਜਾਵੇ ਤਾਂ ਕਿਸ ਤਰੀਕੇ ਨਾਲ ਤੁਸੀਂ ਆਪਣੀ ਡੀਲਿੰਗ ਕਰਦੇ ਹੋ ਵੀ ਜਿਹੜੀ ਲੋਕਾਂ ਤੱਕ ਪੁੱਜੇ ਤੁਹਾਡੀ ਪੇਂਟਿੰਗ, ਜਿਹੜੀ ਸੇਲ ਹੋਵੇ ਜੀ? ਦੇਖੋ ਜਿਵੇਂ ਮੈਂ ਐਗਜ਼ੀਬਿਸ਼ਨ ਕੀਤੀ ਪੰਜਾਬ 'ਚ ਪਰ ਨਹੀਂ ਹੋਇਆ, ਤਾਂ ਫਿਰ ਹੌਲੀ ਹੌਲੀ ਜਦੋਂ ਮੈਂ ਚੰਡੀਗੜ੍ਹ ਗਿਆ, ਦਿੱਲੀ ਗਿਆ, ਉੱਥੇ ਮੈਂ ਕਨਸੈਪਟ ਟੈਕਨੀਕਸ ਸਿੱਖੀਆਂ ਬਹੁਤ ਸਾਰੀਆਂ, ਪੇਂਟਿੰਗਸ ਕਿਸ ਤਰ੍ਹਾਂ ਵਿਕਦੀਆਂ ਨੇ। ਗੈਲਰੀਜ਼ ਨੇ ਬਹੁਤ ਸਾਰੀਆਂ ਪੂਰੇ ਵਰਲਡ ਵਿੱਚ ਹੀ ਨੇ, ਚੰਡੀਗੜ੍ਹ ਦੇ ਵਿੱਚ ਵੀ 3-4 ਗੈਲਰੀਜ਼ ਹੈਗੀਆਂ ਨੇ, ਠੀਕ ਹੈ। ਜਿਵੇਂ 10 ਸੈਕਟਰ ਦੇ ਵਿੱਚ ਆਰਟ ਕਾਲਜ, ਉੱਥੇ ਗੈਲਰੀ ਹੈਗੀ ਹੈ, ਦਿੱਲੀ ਆਰਟ ਗੈਲਰੀ ਹੈਗੀ ਹੈ, ਲਲਿਤ ਕਲਾ ਅਕੈਡਮੀ ਹੈਗੀ ਹੈ, ਗੇਟੀ ਥੀਏਟਰ, ਇਸ ਤਰ੍ਹਾਂ ਦੀ ਬਹੁਤ ਸਾਰੀਆਂ ਗੈਲਰੀਜ਼ ਹੈ। ਤਾਂ ਇੱਕ ਆਰਟਿਸਟ ਉਹਨਾਂ ਗੈਲਰੀਜ਼ ਨਾਲ ਕੰਟੈਕਟ ਕਰਕੇ, ਜਿਵੇਂ ਮੈਂ ਵੀ ਕੰਟੈਕਟ ਕੀਤਾ, ਤਾਂ ਉਹਨਾਂ ਦੇ ਨਾਲ ਮਿਲ ਕੇ ਅਸੀਂ ਉੱਥੇ ਆਪਣਾ ਵਰਕ ਛੱਡ ਕੇ ਆ ਜਾਂਦੇ ਹਾਂ, ਜਾਂ ਉਹ ਵਰਕ ਖਰੀਦ ਲੈਂਦੇ ਆ ਸਾਡਾ, ਜਾਂ ਅਸੀਂ ਛੱਡੇ ਆਉਂਦੇ ਹੈਗੇ ਆ। ਉਹ ਸਾਡੇ ਕੰਮ ਦੀ ਐਗਜ਼ੀਬਿਸ਼ਨ ਲਗਾ ਦਿੰਦੇ ਕਿਉਂਕਿ ਉਹਨਾਂ ਕੋਲ ਕਲਾਇੰਟ ਪਹਿਲਾਂ ਹੀ ਹੁੰਦੇ ਨੇ ਉਹਨਾਂ ਗੈਲਰੀਜ਼ ਦੇ, ਉਹਨਾਂ ਦੀ ਵੈਬਸਾਈਟਸ ਹੈਗੀਆਂ ਨੇ। ਸੋ ਆਰਟਿਸਟ ਕੋਲ ਉਹ ਕੰਮ ਖਰੀਦ ਲੈਂਦੇ ਨੇ ਜਾਂ ਫਿਰ ਉਹ ਡਿਸਪਲੇ ਅਸੀਂ ਲਗਾਏ ਆਉਂਦੇ ਹੈਗੇ ਆ। ਤਾਂ ਜਦੋਂ ਉਹ ਕੰਮ ਵਿਕਦਾ ਹੈਗਾ ਤਾਂ ਉਹਦੀ ਥਾਂ 'ਤੇ ਅਸੀਂ ਦੂਸਰਾ ਕੰਮ ਰਿਪਲੇਸ ਕਰ ਦਿੰਦੇ ਹਾਂ, ਰੱਖ ਦਿੰਦੇ ਹੈਗੇ। ਉਹਦੇ ਵਿੱਚੋਂ ਕੁਝ ਪਰਸੈਂਟੇਜ ਆਪਣੀ ਰੱਖ ਕੇ ਸਾਨੂੰ ਇੱਕ ਅੱਛੀ ਅਮਾਊਂਟ ਮਿਲ ਜਾਂਦੀ ਹੈ ਸਰ ਕੰਮ ਦੀ। ਵਿਦੇਸ਼ਾਂ ਤੱਕ ਕਿਵੇਂ ਪਹੁੰਚ ਕਰਦੇ ਹੋ ਤੁਸੀਂ? ਵੈਸੇ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸਰ, ਸਭ ਚੀਜ਼ਾਂ ਵਾਇਰਲ ਹੋਣ ਨੂੰ ਸੈਕਿੰਡਸ ਨਹੀਂ ਲੱਗਦਾ ਹੈ, ਕੋਈ ਵੀ ਖਬਰ ਹੋਵੇ ਚੰਗੀ ਮਾੜੀ। ਫੇਸਬੁੱਕ ਹੈ, ਟਵਿੱਟਰ ਹੈ, ਇੰਸਟਾਗ੍ਰਾਮ ਹੈ, ਵਟਸਐਪ ਹੈ, ਅਸੀਂ ਉਹਨਾਂ ਦੇ ਉੱਪਰ ਆਪਣੇ ਪੇਜਿਸ ਬਣਾਏ ਹੋਏ ਨੇ। ਉੱਥੇ ਮੈਂ ਆਪਣਾ ਵਰਕ ਪਾਉਂਦਾ ਰਹਿੰਦਾ ਹੈਗਾ ਐਜ਼ ਏ ਆਰਟਿਸਟ। ਤੋ ਉੱਥੇ ਤੋਂ ਬਹੁਤ ਸਾਰੇ ਲੋਕ ਮੈਨੂੰ ਅਪਰੋਚ ਕਰਦੇ ਹੈਗੇ ਨੇ। ਬਾਕੀ ਜਿਵੇਂ ਸਭ ਤੋਂ ਅੱਛਾ ਮੇਰਾ ਤਰੀਕਾ ਰਿਹਾ ਹੈ ਕਿ ਲਾਈਵ ਸਕੈਚਿੰਗ ਮੈਂ ਜਿਵੇਂ ਕਰਦਾ ਹੈਗਾ। ਪੇਂਟਿੰਗਸ ਬਹੁਤ ਲੋਕ ਨਹੀਂ ਖਰੀਦ ਪਾਉਂਦੇ 50-60 ਹਜ਼ਾਰ ਦੀ, ਲੇਕਿਨ 200-300 ਰੁਪਏ ਦਾ ਜਿਸ ਤਰ੍ਹਾਂ ਇੱਕ ਲਾਈਵ ਸਕੈਚ ਹੁੰਦਾ ਹੈਗਾ ਅਸੀਂ ਬਣਾਉਂਦੇ ਹਾਂ, 5-7 ਮਿੰਟ ਲੱਗਦੇ ਉਹਨੂੰ ਬਣਾਉਣ ਨੂੰ, ਇੱਕ ਕਾਮਨ ਮੈਨ ਵੀ ਲੈ ਲੈਂਦਾ। ਜਦੋਂ ਆਪਾਂ ਸਕੈਚ ਬਣਾਉਂਦੇ ਹਾਂ ਤਾਂ ਨੀਚੇ ਆਪਣਾ ਨੰਬਰ ਔਰ ਡਿਟੇਲ, ਫੇਸਬੁੱਕ ਦੀ ਜੋ ਵੀ ID ਦੀ ਹੈਗੀ ਉਹ ਅਸੀਂ ਪਾ ਦਿੰਦੇ ਹਾਂ। ਤਾਂ ਜਦੋਂ ਸਾਡਾ ਕੰਮ ਕਿਸੇ ਨੂੰ ਪਸੰਦ ਆਉਂਦਾ ਤਾਂ ਸਾਨੂੰ ਸਿੱਧਾ ਹੀ ਅਪਰੋਚ ਕਰਦਾ, ਕਾਲ ਕਰਦਾ, ਫੋਨ ਕਰਦਾ, ਫੇਸਬੁੱਕ, ਵਟਸਐਪ ਦੇ ਥਰੂ, ਜੋ ਵੀ ਸਾਡੇ ਸੋਸ਼ਲ ਮੀਡੀਆ ਨੈਟਵਰਕ ਚੈਨਲਸ ਹੈਗੇ ਨੇ ਉਹਦੇ ਥਰੂ ਤੁਹਾਨੂੰ ਕੰਮ ਮਿਲ ਜਾਂਦਾ ਸਰ। ਜਿਵੇਂ ਤੁਸੀਂ ਲਾਈਵ ਪੇਂਟਿੰਗ ਦੀ ਗੱਲ ਕੀਤੀ ਹੈ, ਕਿੰਨਾ ਕੁ ਮਾਰਜਨ ਹੁੰਦਾ, ਮਤਲਬ ਘੱਟੋ ਘੱਟ ਕਿੰਨਾ ਹੁੰਦਾ, ਅਤੇ ਵੱਧ ਤੋਂ ਵੱਧ ਕਿੰਨੇ ਕੁ ਦੀ ਜਿਹੜੀ ਲਾਈਵ ਪੇਂਟਿੰਗ ਬਣਦੀ ਹੈ ਜੀ? ਲਾਈਵ ਪੇਂਟਿੰਗ, ਲਾਈਵ ਸਰ ਸਕੈਚ ਮੋਸਟਲੀ ਬਣਦਾ ਹੈਗਾ, ਇੱਕ ਬਲੈਕ ਐਂਡ ਵਾਈਟ ਪੈਨਸਲ ਦਾ ਕਾਗਜ਼ ਉੱਤੇ ਬਣਾਇਆ ਵਾ ਸਕੈਚ ਹੁੰਦਾ ਹੈਗਾ। ਉਹਨੂੰ ਬਣਾਉਣ ਨੂੰ ਬਹੁਤ ਸਾਰੇ ਆਰਟਿਸਟ ਅੱਧਾ ਘੰਟਾ ਵੀ ਲੈਂਦੇ ਨੇ, ਪਰ ਮੈਂ ਖੁਸ਼ਕਿਸਮਤ ਸਮਝਦਾ ਕਿਉਂਕਿ ਇਹ 'ਚ ਮੈਂ ਬਹੁਤ ਮਿਹਨਤ ਕੀਤੀ ਹੈਗੀ ਆ ਕਿ ਮੈਨੂੰ 4 ਜਾਂ 5 ਮਿੰਟ 'ਚ ਮੈਂ ਲਾਈਵ ਸਕੈਚ ਬਣਾ ਲੈਂਦਾ ਹੈਗਾ। ਤਾਂ ਉਹ ਇੱਕ ਕਾਗਜ਼ ਅਤੇ ਇੱਕ ਪੈਨਸਲ ਦੇ ਨਾਲ ਹੀ ਸਕੈਚ ਬਣਦਾ, ਸਾਡੀ ਮਿਹਨਤ ਹੀ ਹੁੰਦੀ ਹੈਗੀ। ਤਾਂ 200-300 ਰੁਪਏ ਤੋਂ ਸਕੈਚ ਸਟਾਰਟ ਹੋ ਕੇ 1200-1500 ਰੁਪਏ ਤੱਕ ਚਲੇ ਜਾਂਦਾ ਹੈਗਾ। ਤਾਂ ਇੱਕ ਦਿਨ ਦੇ ਵਿੱਚ ਐਵਰੇਜ 10 ਜਾਂ 15 ਜਾਂ 20 ਸਕੈਚਿਸ ਨਾਰਮਲੀ ਬਣ ਜਾਂਦੇ ਨੇ, ਔਰ 200-300 ਰੁਪਏ ਕੋਈ ਬਹੁਤ ਬੜੀ ਗੱਲ ਨਹੀਂ ਹੈਗੀ ਇੱਕ ਕੰਮ, ਕਿਉਂਕਿ ਜਿਵੇਂ ਸ਼ਿਮਲਾ, ਡਲਹੌਜ਼ੀ, ਕੁੱਲੂ, ਮਨਾਲੀ, ਅਸੀਂ ਉਹਨਾਂ ਟੂਰਿਸਟ ਪਲੇਸਿਸ 'ਤੇ ਜਾ ਕੇ ਸਕੈਚਿੰਗ ਕਰਦੇ ਹਾਂ। ਤਾਂ ਉੱਥੇ ਕਿਸੇ ਵਾਸਤੇ ਕੋਈ ਬਹੁਤ ਬੜੀ ਗੱਲ ਨਹੀਂ 200 ਰੁਪਏ ਖਰਚਣਾ ਇੱਕ ਸਕੈਚ ਦਾ, ਕਿਉਂਕਿ ਇੱਕ ਲਾਈਫ ਟਾਈਮ ਇੱਕ ਚੀਜ਼ ਉਹਦੇ ਕੋਲ ਰਹਿ ਜਾਂਦੀ ਹੈ, ਐਟਲੀਸਟ 15-20-25 ਸਾਲ ਉਹਦੇ ਕੋਲ ਉਹ ਸਕੈਚ ਰਹਿੰਦਾ ਹੈ ਸਰ। ਅਤੇ ਜੇਕਰ ਗੱਲ ਕੀਤੀ ਜਾਵੇ, ਕਿਉਂਕਿ ਹਰ ਇੱਕ ਦਾ ਵੈਸੇ ਤਾਂ ਸਾਰੀਆਂ ਪੇਂਟਿੰਗ ਪਿਆਰੀਆਂ ਹੁੰਦੀਆਂ ਨੇ, ਕਹਿੰਦੇ ਨਾ ਜਿਵੇਂ ਮਾਂ ਨੂੰ ਸਾਰੇ ਪੁੱਤ ਪਿਆਰੇ ਹੁੰਦੇ ਨੇ, ਅਤੇ ਜੇ ਫੇਵਰੇਟ ਪੇਂਟਿੰਗ ਦੀ ਜੇ ਗੱਲ ਕੀਤੀ ਜਾਵੇ ਤਾਂ ਕਿਹੜੀ ਜਿਹੜੀ ਐਸੀ ਪੇਂਟਿੰਗ ਕੋਈ ਹੋਵੇ, ਚਾਹੇ ਲਾਈਵ ਸਕੈਚ ਹੋਵੇ, ਚਾਹੇ ਆਇਲ ਪੇਂਟਿੰਗ ਹੋਵੇ, ਜਿਹੜੀ ਤੁਹਾਡੀ ਸਭ ਤੋਂ ਕਰੀਬ ਰਹੀ ਹੋਵੇ? ਸੋ ਪੇਂਟਿੰਗ ਜਿਸ ਅਸੀਂ ਦੱਸਿਆ ਹੈ ਕਿ ਸਾਰੀਆਂ ਹੀ ਵੈਸੇ ਮੈਨੂੰ ਪਸੰਦ ਹੈ, ਬਟ ਇੱਕ ਪਿੰਕ ਫਲਾਈਟ ਇੱਕ ਮਿਊਜ਼ਿਕ ਬੈਂਡ ਹੋਇਆ ਹੈ, ਮੈਂ ਉਹਨਾਂ ਦੀ ਪੇਂਟਿੰਗ ਬਣਾਈ ਸੀ। ਉਹ ਲਗਭਗ 7 ਫੁੱਟ ਬਾਈ 5 ਫੁੱਟ ਸਾਈਜ਼ ਸੀਗਾ ਉਹਦਾ, ਕਾਫੀ ਵੱਡਾ। ਮੈਂ ਜਦੋਂ ਦਿੱਲੀ ਪੇਂਟਿੰਗ ਐਗਜ਼ੀਬਿਸ਼ਨਸ ਕਰਦਾ ਸੀਗਾ ਤਾਂ ਉੱਥੇ ਮੈਂ ਉਹ ਇੱਕ ਐਕਸਿਸ ਕੈਫੇ ਦੇ ਨਾਮ ਤੋਂ ਇੱਕ ਸੀ, ਸਾਕੇਤ ਸਲੈਕ ਸਿਟੀ ਵਾਕ ਹੈ, ਉੱਥੇ ਇੱਕ ਮਾਲ ਹੈ ਕਾਫੀ ਵੱਡਾ, ਉਸ ਮਾਲ ਦੇ ਵਿੱਚ ਐਕਸਿਸ ਕੈਫੇ ਸੀ ਜਿਨ੍ਹਾਂ ਨੇ ਮੇਰੀ ਉਹ ਪੇਂਟਿੰਗ ਖਰੀਦੀ ਸੀਗੀ। ਅਤੇ ਉਸ ਪੇਂਟਿੰਗ ਨੂੰ ਬਣਾਉਣ 'ਚ ਮੈਨੂੰ ਬਹੁਤ ਮਜ਼ਾ ਆਇਆ ਕਿਉਂਕਿ ਮੇਰਾ ਮਿਊਜ਼ਿਕ ਨਾਲ ਵੀ ਵਾਹ ਵਾਸਤਾ ਰਿਹਾ ਹੈਗਾ, ਮੈਨੂੰ ਪਸੰਦ ਹੈ। ਤਾਂ ਪਿੰਕ ਫਲਾਈਟ ਮੇਰਾ ਫੇਵਰਟ ਬੈਂਡ ਵੀ ਰਿਹਾ ਹੈਗਾ। ਤਾਂ ਉਹਨਾਂ ਦੀ ਮੈਂ ਪੇਂਟਿੰਗ ਜਿਹੜੀ ਬਣਾਈ ਸੀਗੀ ਉਹ ਇੱਕ ਬਲੈਕ ਐਂਡ ਵਾਈਟ ਸੀ, ਬਟ ਹੈ ਮੈਂ ਆਇਲ ਪੇਂਟਿੰਗ 'ਚ ਬਣਾਇਆ ਸੀ, ਕੈਨਵਸ ਵਰਕ ਸੀਗਾ। ਉਹਨੂੰ ਬਣਾਉਣ ਨੂੰ ਮੈਨੂੰ ਲਗਭਗ 1 ਹਫ਼ਤਾ ਲੱਗ ਗਿਆ ਸੀਗਾ। 5 ਫੁੱਟ ਬਾਈ 7 ਫੁੱਟ ਦੀ ਪੇਂਟਿੰਗ ਜਿਸ 'ਚ ਮੈਨੂੰ ਬਣਾਉਣ ਨੂੰ ਬਹੁਤ ਮਜ਼ਾ ਆਇਆ ਸਰ। ਅਤੇ ਉਹਨਾਂ ਨੇ
ਬਣਾਉਣ ਤੋਂ ਬਾਅਦ ਉਹਦੀ ਕੇਅਰ ਵੀ ਉਸ ਤਰੀਕੇ ਨਾਲ ਕੀਤੀ। ਸ਼ਾਇਦ ਇੰਨੀ ਮਹਿੰਗੀ ਉਹ ਪੇਂਟਿੰਗ ਨਹੀਂ ਵਿਕੀ ਸੀ ਜਿੰਨਾ ਮਹਿੰਗਾ ਉਹਨਾਂ ਨੇ ਉਹਦੇ ਉੱਪਰ ਫਰੇਮ ਲਗਾ ਦਿੱਤਾ ਸੀਗਾ। ਸੋ ਮੈਨੂੰ ਖੁਸ਼ੀ ਹੋਈ ਇਸ ਚੀਜ਼ ਦੀ ਕਿ ਉਹਨਾਂ ਨੇ ਤੁਸੀਂ ਦੱਸਿਆ ਮੈਂ ਮੈਂਟਰ ਤੁਹਾਡੇ ਸੋਭਾ ਸਿੰਘ ਨੇ, ਪਰ ਇੱਕ ਖਾਸ ਜ਼ਿੰਦਗੀ ਦੇ ਵਿੱਚ, ਕਿਉਂਕਿ ਸੋਭਾ ਸਿੰਘ ਨੂੰ ਤੁਸੀਂ ਮਿਲੇ ਨਹੀਂ ਹੋ, ਤੁਹਾਡੇ ਜ਼ਿੰਦਗੀ ਦੇ ਵਿੱਚ ਪਰਿਵਾਰ ਹੈ, ਚਾਹੇ ਦੋਸਤ ਹੋਣਗੇ, ਕੋਈ ਐਸੇ ਦੋਸਤ ਜਾਂ ਇਹ ਪਰਿਵਾਰ ਹੋਵੇ ਜਿਨ੍ਹਾਂ ਨੇ ਤੁਹਾਨੂੰ ਕਿਹਾ ਹੋਵੇ ਨਹੀਂ ਵੀ ਤੁਹਾਡੀ ਇਹ ਪੇਂਟਿੰਗ 'ਚ ਸੁਧਾਰ ਕਰਨ ਦੀ ਲੋੜ ਹੈ ਜਾਂ ਤੁਹਾਡੀ ਇਹ ਪੇਂਟਿੰਗ ਪਰਫੈਕਟ ਹੈ, ਕੋਈ ਐਵੇਂ ਦੇ ਜਿਹੜੇ ਤੁਹਾਨੂੰ ਟਾਈਮ 'ਤੇ ਰਿਵਿਊ ਦਿੰਦੇ ਹੋਣਗੇ? ਜੀ ਇਸ ਤਰ੍ਹਾਂ ਵੈਸੇ ਦੋਸਤ ਮਿੱਤਰ ਔਰ ਰਿਸ਼ਤੇਦਾਰ ਐਪਰੀਸ਼ੀਏਟ ਕਰਦੇ ਰਹੇ ਨੇ ਮੇਰੇ ਕੰਮ ਨੂੰ ਦੇਖ ਕੇ, ਬਚਪਨ 'ਚੋਂ ਅੱਜ ਤੱਕ ਮੈਂ ਉਹਨਾਂ ਦੇ ਵਿਚਕਾਰ ਹੀ ਰਿਹਾ। ਬਟ ਸ਼ੋਭਿਤ ਕੁਮਾਰ ਇੱਕ ਐਸੀ ਪਰਸਨੈਲਿਟੀ ਮੇਰੇ ਮਿੱਤਰ ਨੇ ਜੋ ਮੈਨੂੰ ਸ਼ਿਮਲੇ ਮਿਲੇ ਸੀਗੇ ਜਦੋਂ ਮੈਂ ਲਾਈਵ ਸਕੈਚਿੰਗ ਕਰ ਰਿਹਾ ਸੀਗਾ। ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਕੌਣ ਨੇ। ਹਿੰਦੁਸਤਾਨ ਦੀ ਬਹੁਤ ਸਾਰੀਆਂ ਗੈਲਰੀਜ਼, ਉਹਨਾਂ ਵਿੱਚੋਂ ਇੱਕ ਗੈਲਰੀ ਹੈਗੀ ਆ ਕਿਰਨ ਨਾਦਾਰ ਮਿਊਜ਼ੀਅਮ ਆਰਟ ਗੈਲਰੀ, ਜੋ ਦਿੱਲੀ ਦੇ ਵਿੱਚ ਹੈ। ਕਿਰਨ ਨਾਦਾਰ HCL ਕੰਪਨੀ ਦੇ ਓਨਰ ਔਰ ਸਭ ਤੋਂ ਵੱਡੀ ਗੈਲਰੀਆਂ ਦੇ ਵਿੱਚੋਂ ਇੱਕ ਗੈਲਰੀ ਹੈ। ਹੁਸੈਨ ਸਾਹਿਬ ਦਾ ਸਭ ਤੋਂ ਵੱਡਾ ਕੰਮ ਉਹਨਾਂ ਦੇ ਕੋਲ ਹੈ। ਤਾਂ ਉੱਥੇ ਸ਼ੋਭਿਤ ਕੁਮਾਰ ਉਹ ਸਭ ਮੈਨੇਜਮੈਂਟ ਨੂੰ ਦੇਖਦੇ ਨੇ, ਤਾਂ ਮੈਨੂੰ ਉਹ ਉੱਥੇ ਲੈ ਗਏ ਸੀਗੇ। ਤਾਂ ਉਹਨਾਂ ਵੱਲੋਂ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਗਿਆ, ਮੇਰੇ ਕੰਮ 'ਚ ਸੁਧਾਰ ਜਿਹੜਾ ਲਿਆਂਦਾ ਉਹਨਾਂ ਨੇ, ਚਾਹੇ ਉਹ ਫਾਈਨੈਂਸ਼ੀਅਲੀ ਹੋਵੇ ਚਾਹੇ ਉਹ ਪੇਂਟਿੰਗ ਦੇ ਤੌਰ 'ਤੇ ਹੋਵੇ, ਬਹੁਤ ਕੁਝ, ਕਿਉਂਕਿ ਉਹ PhD ਸੀਗੇ ਫਾਈਨ ਆਰਟਸ ਦੇ ਵਿੱਚ ਪਹਿਲੀ ਚੀਜ਼ ਤਾਂ, ਔਰ ਪੇਂਟਿੰਗਸ ਦੀਆਂ ਆਕਸ਼ਨਸ ਦੇ ਵਿੱਚ ਜਾਂਦੇ ਰਹਿੰਦੇ ਸੀਗੇ। ਉਹ ਗੈਲਰੀ ਇੱਥੇ ਸਰ ਜਿੱਥੇ ਹਰ ਪੇਂਟਿੰਗ ਦਾ ਰੇਟ 1 ਕਰੋੜ ਤੋਂ ਉੱਪਰ ਸੀਗਾ, ਮੇਰੇ ਵਾਸਤੇ ਇੱਕ ਸੁਪਨਾ ਸੀਗਾ। ਮੈਂ ਉਸ ਗੈਲਰੀ 'ਚ ਗਿਆ ਅਤੇ ਉੱਥੇ ਜਾ ਕੇ ਮੇਰਾ ਕੰਮ ਵਿਕਣਾ ਸ਼ੁਰੂ ਹੋਇਆ। ਮੈਂ ਰੀਅਲਿਸਟਿਕ ਪੇਂਟਿੰਗ ਕਰਦਾ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਐਬਸਟਰੈਕਟ ਮਾਡਰਨ ਆਰਟ ਦੀ ਪੇਂਟਿੰਗਸ ਬਣਾਓ। ਆਈਡੀਆਜ਼ ਵੀ ਉਹਨਾਂ ਨੇ ਬਹੁਤ ਸਾਰੇ ਦਿੱਤੇ ਮੈਨੂੰ ਕਿ ਕਿਸ ਤਰ੍ਹਾਂ ਦਾ ਕੰਮ ਵਿਕਦਾ ਹੈ, ਉੱਥੇ ਦੀ ਮਾਰਕੀਟ ਦੀ ਸਮਝ ਉਹਨਾਂ ਨੂੰ ਸੀ। ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਕੀ ਕਰਨਾ, ਅਤੇ ਮੈਂ ਉੱਥੇ ਪੇਂਟਿੰਗ ਜਦੋਂ ਬਣਾਈਆਂ ਤਾਂ ਮੇਰੀਆਂ ਇੱਥੇ ਜਿਹੜੀਆਂ ਪੇਂਟਿੰਗ ਸੀ ਇੱਕ ਮਹੀਨਾ ਲਗਾ ਕੇ ਮੇਰੀਆਂ 5, 10, 15 ਹਜ਼ਾਰ ਦੇ ਨਹੀਂ ਵਿਕਦੀਆਂ ਸੀਗੀਆਂ। ਉੱਥੇ ਮੈਂ ਉਹੀ ਪੇਂਟਿੰਗ ਅੱਧਾ ਘੰਟਾ 2 ਘੰਟੇ ਦੇ ਵਿੱਚ ਐਬਸਟਰੈਕਟ ਦਾ ਜੋ ਮੈਂ ਕੰਮ ਕੀਤਾ, ਵਰਕ ਕੀਤਾ ਹੋਇਆ ਸੀ, ਮੇਰੀ 1 ਮਹੀਨੇ ਦੀ ਆਮਦਨ ਔਰ ਉੱਥੇ 1 ਜਾਂ 1.5 ਘੰਟੇ ਦੇ ਵਿੱਚ ਕੀਤਾ ਹੋਇਆ ਕੰਮ ਉਹਦਾ ਬਰਾਬਰ ਦਾ ਰਿਹਾ। ਬਹੁਤ ਕੁਛ ਸਿੱਖਣ ਨੂੰ ਮਿਲਿਆ ਸੀ। ਜਿਵੇਂ ਹੁਣ ਤੁਸੀਂ ਦੱਸਿਆ ਆਈਡੀਆ ਦੀ ਗੱਲ ਕੀਤੀ, ਕਿਸ ਤਰੀਕੇ ਦੇ ਜਿਹੜੇ ਖਾਸ ਆਈਡੀਆਜ਼ ਨੇ ਜਿਹੜੇ ਵੀ ਉਹਨਾਂ ਦੇ ਅਕੋਰਡਿੰਗ ਜਿਹੜੀ ਪੇਂਟਿੰਗ ਬਣਾਈ ਜਾ ਸਕਦੀ ਹੈ? तो देखो पहली चीज़ तो एबस्ट्रैक्ट और मॉडर्न आर्ट मैंने समझ आई कि ज़्यादा चलती है इस चीज़ की, और अजकल कैमरे सब दे कोल हैगे ने, इसलिए रियलिस्टिक पेंटिंग की ज़्यादा वैल्यू नहीं रही है। हुसैन साहब का नाम बहुत फेमस रहा है, दुबई के शेख खान उनकी पेंटिंग्स बहुत खरीदियाँ। पिकासो वो भी मॉडर्न आर्ट एबस्ट्रैक्ट के उत्ते बहुत वर्क, ऐसा ने बहुत सारे आर्टिस्ट है जिन्हों का नाम एबस्ट्रैक्ट मॉडर्न आर्ट ਦੇ ਵਿੱਚ ਬਹੁਤ ਰਿਹਾ। ਤਾਂ ਐਬਸਟਰੈਕਟ ਮॉडर्न आर्ट ਨੂੰ ਮੈਂ ਹੌਲੀ ਹੌਲੀ ਸਮਝਣਾ ਸ਼ੁਰੂ ਕੀਤਾ ਕਿ ਉਹ ਕੀ ਚੀਜ਼ ਹੈਗੀ ਹੈ। ਤਾਂ ਉਹਦੇ ਵਿੱਚ ਆਈਡੀਆਜ਼ ਮਿਲੇ ਕਿ ਇੱਕ ਆਰਟਿਸਟ ਦੀ ਇੱਕ ਆਪਣੀ ਕਲਪਨਾ ਹੁੰਦੀ ਹੈ, ਇੱਕ ਯੂਨੀਕ ਚੀਜ਼ ਦੀ ਵੈਲਿਊ ਹੁੰਦੀ ਹੈ। ਐਬਸਟਰੈਕਟ ਮॉडर्न आर्ट ਇੱਕ ਐਸੀ ਚੀਜ਼ ਹੈ, ਇੱਕ ਤਾਂ ਕੁਦਰਤ ਨੇ ਸਭ ਕੁਝ ਬਣਾਇਆ, ਪਹਾੜ ਪੱਥਰ ਦਰਿਆ ਇਹ ਬਣਾਤੇ, ਇੱਕ ਆਰਟਿਸਟ ਹੁੰਦਾ ਦਰਖਤ ਨੂੰ ਦੇਖ ਕੇ ਐਜ਼ ਇਟ ਇਜ਼ ਦਰਖਤ ਵਰਗਾ ਚੀਜ਼ ਨੂੰ ਬਣਾਉਂਦਾ। ਪਰ ਐਬਸਟਰੈਕਟ ਮॉडर्न आर्ट 'ਚ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਤੁਸੀਂ ਕੁਛ ਵੀ ਬਣਾ ਸਕਦੇ ਹੋ ਸਰ, ਕੁਛ ਵੀ, ਮਤਲਬ ਕੁਛ ਵੀ। ਟਰੀ ਦੀ ਸ਼ੇਪ ਕਿਸੇ ਤਰ੍ਹਾਂ ਨਾਲ ਬਣਾ ਦਿਓ, ਹਾਰਸਿਸ, ਜਿਸ ਤਰ੍ਹਾਂ ਹੁਸੈਨ ਸਾਹਿਬ ਹਾਰਸਿਸ ਤੋਂ ਬਹੁਤ ਫੇਮਸ ਰਹੇ, ਉਹ ਘੋੜਿਆਂ ਦੀ ਪੇਂਟਿੰਗਸ ਬਣਾਉਂਦੇ ਰਹੇ, ਪਰ ਆੜੇ ਤਿਰਛੇ ਆਪਣੇ ਤਰੀਕੇ ਦੇ, ਉਹਨਾਂ ਦਾ ਇੱਕ ਆਪਣੀ ਇੱਕ ਸ਼ੈਲੀ ਸੀ, ਆਪਣਾ ਇੱਕ ਟੈਕਨੀਕ ਸੀ, ਤਰੀਕਾ। ਸੋ ਇੱਕ ਹਰ ਇੱਕ ਦੀ ਇੱਕ ਸ਼ੈਲੀ ਹੁੰਦੀ ਹੈ, ਉਹ ਤੁਹਾਨੂੰ ਅਪਣਾਉਣੀ ਪਏਗੀ। ਯੂਨੀਕ ਆਈਡੀਆ ਤੁਹਾਡੇ ਕੋਲ ਹੋਵੇ, ਇਹ 'ਚ ਕੋਈ ਲਿਮਿਟ ਨਹੀਂ, ਤੁਸੀਂ ਕੀ ਬਣਾਓ ਸਰ, ਕੁਛ ਵੀ ਬਣਾ ਸਕਦੇ ਹੋ। ਜਿਵੇਂ ਤੁਸੀਂ ਕੈਮਰਾ ਦੀ ਗੱਲ ਕੀਤੀ, ਕਦੇ ਹੋਇਆ ਐਵੇਂ ਵੀ ਹਾਂ ਵੀ ਕੈਮਰੇ ਨੇ ਤੁਹਾਡੇ ਕੰਮ ਨੂੰ ਪ੍ਰਭਾਵਿਤ ਕੀਤਾ ਹੋਵੇ? ਜਿਵੇਂ ਮੋਸਟਲੀ ਤੁਸੀਂ ਦੱਸਿਆ ਵੀ ਲਾਈਵ ਸਕੈਚ ਬਣਾਉਂਦੇ ਹੋ, ਪਰ ਜਦੋਂ ਕੋਈ ਬਾਹਰ ਘੁੰਮਣ ਗਿਆ ਤਾਂ ਉਹ ਕੈਮਰਾ ਵੀ ਨਾਲ ਰੱਖੇਗਾ, ਚਾਹੇ ਮੋਬਾਈਲ ਫੋਨ ਦੇ ਵਿੱਚ ਹੀ ਕੈਮਰਾ ਆ ਗਏ ਨੇ। ਬਿਲਕੁਲ ਸਰ, ਇਸ ਤਰ੍ਹਾਂ ਹੈ ਕਿ ਜਿਵੇਂ ਰੀਅਲਿਸਟਿਕ ਪੇਂਟਿੰਗ ਪੋਰਟਰੇਟਸ ਅਸੀਂ ਬਣਾਉਂਦੇ ਹੈਗੇ ਕੈਨਵਸ ਦੇ ਉੱਤੇ, ਕੈਮਰਾ ਆਉਣ ਤੋਂ ਬਾਅਦ ਜਾਂ ਡਿਜੀਟਲ ਪੇਂਟਿੰਗ ਵੀ ਸਟਾਰਟ ਹੋ ਗਈ ਸੀਗੀ, ਫੋਟੋਸ਼ਾਪ ਵਰਕ ਵੀ ਸਟਾਰਟ ਹੋ ਗਿਆ, ਇਸ ਲਈ ਰੀਅਲਿਸਟਿਕ ਪੇਂਟਿੰਗਸ ਦੀ ਜ਼ਿਆਦਾ ਵੈਲਿਊ ਨਹੀਂ ਰਹੀ ਹੈਗੀ। ਐਬਸਟਰੈਕਟ ਤੁਸੀਂ ਕੈਮਰਾ ਉਹੀ ਖਿੱਚੂਗਾ ਜੋ ਸਾਹਮਣੇ ਦੇਖੇਗਾ, ਬਿਲਕੁਲ ਠੀਕ ਹੈ, ਬਟ ਇੱਕ ਆਰਟਿਸਟ ਆਪਣੀ ਕਲਪਨਾ 'ਚ ਕੁਛ ਵੀ ਕਰ ਸਕਦਾ ਹੈ, ਕੁਛ ਵੀ ਬਣਾ ਸਕਦਾ ਹੈ। ਸੋ ਇਸੇ ਕਰਕੇ ਇੱਕ ਫ਼ਰਕ ਤਾਂ ਪਿਆ ਹੈ, ਬਿਲਕੁਲ ਫ਼ਰਕ ਪਿਆ ਹੈਗਾ। ਇਸੇ ਲਈ ਫਿਰ ਮੈਂ ਜ਼ਿਆਦਾ ਰੁਝਾਨ ਫਿਰ ਲਾਈਵ ਸਕੈਚਿੰਗ ਵੱਲ ਕਰਨਾ ਸ਼ੁਰੂ ਕੀਤਾ ਔਰ ਐਬਸਟਰੈਕਟ ਮॉडर्न आर्ट ਵੱਲ ਕਰਨਾ ਸ਼ੁਰੂ ਕੀਤਾ। ਉਹ ਇੱਕ ਐਸੀ ਚੀਜ਼ ਹੈਗੀ ਹੈ ਜਿਹਦਾ ਸ਼ਾਇਦ ਤੋੜ ਬਹੁਤ ਲੇਟ ਮਿਲੇਗਾ। ਕਲਾ ਦੀ ਵੈਲਿਊ ਖੈਰ ਪੈਂਦੀ ਰਹੇਗੀ, ਸ਼ਾਇਦ ਘਟਦੀ ਵੱਧਦੀ ਵੀ ਰਹੇਗੀ, ਲੇਕਿਨ ਟਾਈਮ ਟੂ ਟਾਈਮ ਆਰਟਿਸਟ ਨੂੰ ਉਹਨੂੰ ਸੰਭਾਲਣਾ ਆ ਹੀ ਜਾਂਦਾ ਹੈਗਾ। ਪਿਕਾਸੋ ਦੀ ਗੱਲ ਕਰੀਏ ਸਰ, ਦੁਨੀਆ ਸਭ ਤੋਂ ਮਹਿੰਗੇ ਆਰਟਿਸਟਾਂ ਵਿੱਚ ਉਹਨਾਂ ਦਾ ਨਾਮ ਹੈ। ਲਿਓਨਾਰਡੋ ਡਾ ਵਿੰਚੀ ਅੱਜ ਤੋਂ 750 ਸਾਲ ਪਹਿਲਾਂ ਉਹ ਪਰਸਨੈਲਿਟੀ ਹੋਈ ਜਿਨ੍ਹਾਂ ਦੀ ਮੋਨਾਲੀਜ਼ਾ ਪੇਂਟਿੰਗ ਅੱਜ ਵੀ ਦੁਨੀਆ ਦੀ ਸਭ ਤੋਂ ਮਹਿੰਗੀ ਪੇਂਟਿੰਗਾਂ ਦੇ ਵਿੱਚੋਂ ਇੱਕ ਹੈ। ਹੁਸੈਨ ਸਾਹਿਬ ਅੱਜ ਹੋਏ ਨੇ, ਕੱਲ੍ਹ ਵੀ ਕੋਈ ਨਾ ਕੋਈ ਐਸੇ ਆਰਟਿਸਟ ਪੈਦਾ ਹੋਣਗੇ ਜਿਨ੍ਹਾਂ ਦੀ ਪੇਂਟਿੰਗਸ ਕਰੋੜਾਂ 'ਚ ਵਿਕਣਗੀਆਂ। ਜੇ ਨੌਜਵਾਨਾਂ ਨੂੰ ਕਹਿਣਾ ਹੋਵੇ, ਕਿਉਂਕਿ ਕਈ ਨੌਜਵਾਨ ਸੋਚਦੇ ਨੇ ਸ਼ਾਇਦ ਪੇਂਟਿੰਗ ਦੇ ਵਿੱਚੋਂ ਕੁਝ ਨਹੀਂ ਬਚਦਾ ਜਾਂ ਕੁਝ ਮੁਨਾਫਾ ਨਹੀਂ ਹੁੰਦਾ ਜਾਂ ਇਨਕਮ ਨਹੀਂ ਹੁੰਦੀ, ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸਭ ਨੂੰ ਮੈਂ ਇੱਕੋ ਚੀਜ਼ ਕਹਿਣੀ ਚਾਹਾਂਗਾ ਕਿ ਅਗਰ ਤੁਸੀਂ ਹੀਰੇ ਨੂੰ ਝੋਪੜ ਪੇਟੀ 'ਚ ਵੇਚਣ ਦੀ ਕੋਸ਼ਿਸ਼ ਕਰੋਗੇ ਸ਼ਾਇਦ ਨਾ ਵਿਕੇ। ਗੱਲ ਹਾਰਡ ਹੈ ਪਰ ਸੱਚੀ ਹੈ। ਪੇਂਟਿੰਗ 50,000 60,000 ਦੀ ਹੁੰਦੀ ਹੈ ਸਰ, ਜਿਹੜਾ ਸ਼ਖਸ 15-20 ਹਜ਼ਾਰ ਦੀ ਜੌਬ ਕਰਦਾ ਨਹੀਂ ਖਰੀਦ ਪਾਏਗਾ। ਇਹਦੀ ਇੱਕ ਮਾਰਕੀਟ ਹੈ,
ਇੰਡੀਅਨ ਆਰਟ ਫੇਅਰ ਲੱਗਦਾ ਹੈਗਾ ਦਿੱਲੀ ਦੇ ਵਿੱਚ। ਇਸ ਤਰ੍ਹਾਂ ਦੇ ਬਹੁਤ ਸਾਰੇ ਆਰਟ ਫੇਅਰ ਲੱਗਦੇ ਨੇ। ਹੁਣ ਤਾਂ ਸੋਸ਼ਲ ਨੈਟਵਰਕਿੰਗ ਸਾਈਟਸ ਦੇ ਉੱਤੇ ਬਹੁਤ ਸਾਰੇ ਆਰਟ ਫੇਅਰ ਓਪਨਲੀ ਲੱਗਦੇ ਨੇ, ਐਗਜ਼ੀਬਿਸ਼ਨਸ ਲੱਗਦੀਆਂ ਜਿੱਥੇ ਕਿ ਆਰਟਿਸਟ ਪਾਰਟਿਸਿਪੇਟ ਕਰ ਸਕਦੇ ਆ। ਬਟ ਇਹ ਹੈ ਕਿ ਉਹਨਾਂ ਨੂੰ ਉਹ ਦਾਇਰਾ ਤੇ ਉਹ ਚੀਜ਼ ਛੱਡਣੀ ਪਏਗੀ ਜਿੱਥੇ ਉਹ ਇਸ ਵਕਤ ਕੰਮ ਕਰ ਰਿਹਾ ਹੈਗਾ। ਜਿੱਥੇ ਉਹਦੀ ਵੈਲਿਊ ਹੈ ਉਸ ਆਰਟਿਸਟ ਨੂੰ ਉੱਥੇ ਜਾਣਾ ਪਏਗਾ ਜੇ ਉਸ ਚੀਜ਼ ਨੂੰ ਵੇਚਣਾ ਹੈਗਾ। ਹੀਰੇ ਦੀ ਕੀਮਤ ਇੱਕ ਜੌਹਰੀ ਕੋਲ ਹੀ ਵਿਕ ਸਕਦੀ ਹੈ, ਉਹਨੂੰ ਕੋਈ ਦੁਕਾਨਦਾਰ ਨਹੀਂ ਖਰੀਦ ਸਕਦਾ ਹੈਗਾ। ਸੋ ਧੰਨਵਾਦ ਸਰ, ਧੰਨਵਾਦ। ਸੋ ਇਹ ਸਨ ਸਰਦਾਰ ਸੁਖਵੀਰ ਸਿੰਘ ਜਿਹੜਿਆਂ ਨੇ ਆਪਣੇ ਪੇਂਟਿੰਗ ਨਾਲ ਸਾਂਝੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਨੇ। ਸੋ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਅਗਲੀ ਵਾਰ ਇੱਕ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਪਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਦੱਬੋ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਆਗਿਆ ਦਿਓ, ਧੰਨਵਾਦ।